ਉਹ ਕਾਗਜ਼ ਦਿਖਾਓ, ਮੈਂ ਅੱਧਾ ਘੰਟਾ ਹੋ ਗਿਆ ਤੈਨੂੰ ਕਹਿ ਰਿਹਾ। ਆਉਂਦੇ ਪੇਪਰ ਆਉਂਦੇ ਆ, ਕੋਈ ਪੇਪਰ ਬਣਾ ਰਹੇ ਹੋ ਹੁਣ? ਬਣੇ ਹੋਏ ਆ। ਫਿਰ ਕਿੱਥੇ ਆ ਗੱਡੀਆਂ ਤੇ ਨਹੀਂ ਆ ਲੈਣ ਗਏ ਆ। मुझे क्या मतलब जानता नहीं सर वोट नहीं मैं तुम्हें कहीं ਜਾਣਦੇ ਤੁਸੀਂ ਸਾਰੇ ਹੀ ਹੁੰਦੇ ਹੋ ਪਹਿਲਾਂ। नहीं मैं ਜਦੋਂ ਸਰਕਾਰਾਂ ਬਦਲਦੀਆਂ ਤੁਸੀਂ ਭੁੱਲ ਜਾਂਦੇ ਹੋ। ਇਹ ਆਮ ਆਦਮੀ ਦੀ ਸਰਕਾਰ, ਇਹ ਆਮ ਆਦਮੀ ਦੀ ਸਰਕਾਰਾਂ ਗੁੰਡਾਗਰਦੀ ਕਰ ਰਹੇ ਹੋ। ਨਾ 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 ਚਲੋ ਭਾਈ ਆਪਣੀ ਮਰਜ਼ੀ ਨਾਲ ਆਵਾਂਗੇ। ਆ ਜਾਣੇ ਤੁਸੀਂ ਸਿਆਣਾ ਦੇਤਾ ਜੀ ਇੱਧਰ ਆ ਯਾਰ। ਕਰਨ ਵਾਲੇ ਹੈ। ਥੋੜੀਆਂ ਦੇ ਚਲੋ। ਆਓ ਪਲੀਜ਼ ਆਓ ਨਾਲ। ਨਾ ਤੁਸੀਂ ਬ੍ਰਾਂਡ ਦਿਖਾ ਦਿਓ ਫਿਰ ਜੇ ਨਾਲ ਲਵਾਂ। ਆਪਣੀ ਮਰਜ਼ੀ ਨਾਲ ਆਵਾਂਗੇ। ਇਹ ਤਾਂ ਤੁਹਾਡੀ ਗੱਡੀ 'ਚ ਬਹਿ ਕੇ ਚੱਲਾਂਗੇ ਜੇ ਬਰੰਟ ਹੈਗੇ ਆ ਤੇ ਤੁਹਾਡੀ ਗੱਡੀ 'ਚ ਬਹਿ ਜਾਂਦੇ। ਬਿਲਕੁਲ ਕੋਈ ਬ੍ਰਾਂਡ ਨਹੀਂ। ਹੁਣ ਜਾਲੀ ਪਹਿਲਾਂ ਚੱਕ ਕੇ ਕਰਨਾ ਚਾਹੁੰਦੇ ਇੰਟਰੋਗੇਸ਼ਨ, ਹੁਣ ਕਾਗਜ਼ ਜਿਹੜੇ ਮੰਗਾਉਣਗੇ ਉੱਥੋਂ ਕਿਤੋਂ। ਪਹਿਲਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਭਰ ਕਰਨਾ ਚਾਹੁੰਦੇ ਤੁਸੀਂ ਅਸੀਂ ਕਰ ਲਈਏ। ਆਪ ਤੋਂ ਰੂਸਾ ਕਿਵੇਂ ਮੈਨੂੰ ਚਲੋ ਜਦ ਤੱਕ ਆਪਣੀ ਸਾਡੀ ਗੱਡੀ ਚਲੋ ਇਹਨੂੰ ਚੱਕ ਲਓ ਯਾਰ। ਓ ਯਾਰ ਹੁਣ ਤੁਸੀਂ ਚੱਲਦੇ ਵੀ ਨਹੀਂ ਕਰੋ। ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਐਮਪੀ ਰਵਨੀਤ ਬਿੱਟੂ ਵੱਲੋਂ ਵਿਜੀਲੈਂਸ ਦੀ ਟੀਮ ਦਾ ਵਿਰੋਧ ਵੀ ਕੀਤਾ ਗਿਆ। ਵਿਜੀਲੈਂਸ ਦੀ ਟੀਮ ਨੇ ਭਾਰਤ ਭੂਸ਼ਣ ਆਸ਼ੂ ਨੂੰ ਇੱਕ ਸੈਲੂਨ ਵਿੱਚੋਂ ਗ੍ਰਿਫਤਾਰ ਕੀਤਾ। ਤੁਹਾਨੂੰ ਦੱਸ ਦਈਏ ਕਿ ਅੱਜ ਕਾਂਗਰਸ ਵੱਲੋਂ ਵਿਜੀਲੈਂਸ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦੇ ਹੋਏ ਉਹਨਾਂ ਵੱਲੋਂ ਸਿਆਸੀ ਬਦਲਾਖੋਰੀ ਦਾ ਆਰੋਪ ਲਗਾਇਆ ਗਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਕਰਕੇ ਆਮ ਆਦਮੀ ਪਾਰਟੀ ਉਹਨਾਂ ਦੇ ਮੰਤਰੀਆਂ ਨੂੰ गिरफ्तार कर रही है। ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਵਿਜੀਲੈਂਸ ਦੀ ਟੀਮ ਵੱਲੋਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ। ਭਾਰਤ ਭੂਸ਼ਣ ਆਸ਼ੂ ਇਸ ਦੌਰਾਨ ਇੱਕ ਸੈਲੂਨ ਵਿੱਚ ਬੈਠੇ ਸਨ। ਇਸ ਦੌਰਾਨ ਐਮਪੀ ਰਵਨੀਤ ਬਿੱਟੂ ਵੱਲੋਂ ਵਿਜੀਲੈਂਸ ਦੀ ਟੀਮ ਦਾ ਵਿਰੋਧ ਵੀ ਕੀਤਾ ਗਿਆ, ਪਰ ਵਿਜੀਲੈਂਸ ਦੀ ਟੀਮ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ। ਉਹ ਸਾਨੂੰ ਵੀ ਲੋੜ ਵੋਟ ਪਾਉਣ ਦੀ। ਵੋਟ आप मेरी गल सुनो ਵੋਟ ਨਹੀਂ ਵੋਟ ਦੀ ਲੋੜ ਕਿੰਨੇ ਨੇ ਸਾਨੂੰ ਅਸੀਂ ਗੱਲ ਉਹ ਨਹੀਂ ਹੈ ਗੱਲ ਇਹ ਅਸੀਂ ਚਲੋ ਜੋ ਵੀ ਸੀ ਤੁਸੀਂ ਕਾਗਜ਼ ਦਿਖਾਓ, ਛੱਡੋ ਸਾਡੇ ਨਾਲ ਗੱਲ ਨਾ ਕਰੋ, ਕਾਗਜ਼ ਦਿਖਾਓ। ਫਾਈਲ ਕਿੱਥੇ ਫਾਈਲ ਲਿਆਓ। ਸਾਰੇ ਪਾਰਟੀ ਨੂੰ ਕਹੋ ਦਫ਼ਤਰ ਦਾ ਘਰਾਓ ਕਰੋ ਵਿਜੀਲੈਂਸ ਦਾ, ਉੱਥੇ ਪਹੁੰਚੋ ਸਾਰੇ। ਯਾਰ ਬਣਾ ਲਾ ਤੁਸੀਂ ਸਰਦਾਰ ਦੀ ਦਾੜੀ ਵਾਲੇ ਬੰਦੇ ਹੋ, ਤੁਸੀਂ ਤੁਹਾਨੂੰ ਸਿਖਾਇਆ ਵੀ ਤੁਸੀਂ ਇੱਕ ਬੰਦੇ ਨੂੰ ਕੱਲੇ ਨੂੰ ਚੱਕਣਾ ਜੋ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਕਾਨੂੰਨ ਕਾਗਜ਼ ਦਿਖਾਓ ਯਾਰ। ਆਉਂਦੇ ਆ ਆਉਂਦੇ ਪੇਪਰ ਕੌਣ ਆਉਂਦੇ ਆ? ਪੇਪਰ ਦਿਖਾਵਾਂਗੇ ਤੁਹਾਨੂੰ ਬਿਨਾਂ ਤੁਸੀਂ ਪੇਪਰ ਇਹਦਾ ਮਤਲਬ ਜੇ ਅਸੀਂ ਨਾ ਆਉਂਦੇ ਤੁਸੀਂ ਚੱਕ ਕੇ ਲੈ ਜਾਓਗੇ। ਚੱਕਣ ਵਾਲੀ ਕਦੀ ਕਰਦੇ ਹੋਰ ਕੀ ਕਰ ਇੱਧਰ ਬੰਦੇ ਆ ਉਹਨਾਂ ਨੂੰ ਦੱਸੋ ਕੀ ਉਹਨਾਂ ਨੂੰ ਅਪਲਾਈ ਕੀ ਹੋ ਰਿਹਾ ਹੈ ਅਪਲਾਈ ਕੀ ਬੋਲਦੇ ਆ ਕੀ ਕਰ ਹਾਂਜੀ ਬੰਦੇ ਚੀਜ਼ਾਂ ਮੈਂ ਕਟਿੰਗ ਕਰਾ ਕੇ ਚੱਲਦਾ ਕੀ ਗੱਲ ਆ ਕਟਿੰਗ ਕਰਾ ਕੇ ਕਿਉਂ ਲੈਣਾ ਹੈ? ਐ ਕਿਵੇਂ ਲੈ ਲਓਗੇ ਤੁਸੀਂ? ਕਾਗਜ਼ ਦਿਖਾਓ, ਲੈ ਜਾਓ। ਸਾਨੂੰ ਕੀ ਆ? ਬੈਂਕ ਦੇ ਨਾਲ ਪੂਰੀ ਬਣਾਣੀ ਪੂਰੀ ਮਹਾਰਾਜ ਅਸੀਂ ਤਾਂ ਡੀਸੀ ਦੇ ਕੋਲ ਆਏ ਆ। ਸਰ ਦੇਖੋ ਗੱਲ ਤੁਹਾਡਾ ਪਸੀਨਾ ਹੀ ਦੱਸਦਾ ਵੀ ਤੁਸੀਂ ਗਲਤ ਗੱਲ ਇਹ ਭਾਈ ਸਾਰੇ ਇਹ ਰਿਕਾਰਡਿੰਗ ਆ। ਇਹ ਇੱਕ ਦੁਕਾਨ ਦੇ ਵਿੱਚ ਸ਼ਰੇਆਮ ਵਿੱਚ ਚੱਕਣ ਆਏ ਨੇ ਤੇ ਹੁਣ ਅਸੀਂ ਕਿਉਂਕਿ ਸਾਨੂੰ ਪਤਾ ਸੀ ਅਸੀਂ ਨਾਲ ਹੀ ਖੜੇ ਸੀਗੇ ਜਦੋਂ ਇਹ ਆਉਣਗੇ ਵੀ ਅਸੀਂ ਇਹਨਾਂ ਨੂੰ ਫੜਾਂਗੇ। ਤੇ ਹੁਣ ਆਪ ਇਹ ਯਾਰ ਹੱਦ ਹੋ ਗਈ ਪੰਜਾਬ 'ਚ, ਪੰਜਾਬੀਓ ਦੁਸ਼ਮਣ ਹੋਏ ਪਏ ਇੱਕ ਦੂਜੇ ਦੇ। ਭਗਵੰਤ ਮਾਨ ਸਾਹਿਬ ਜਲਦੀ ਲੈ ਬਹੁਤ ਮਾੜੀ ਗੱਲ ਆ ਇਹ। ਹੁਣ ਇਹਨਾਂ ਕੋਲ ਹੈ ਨਹੀਂ ਕੁਝ। ਹੁਣ ਇਹ ਡੀਜੀਪੀ ਨੂੰ ਉਡੀਕ ਰਹੇ ਆ, ਕਦੇ ਐਸਐਸਪੀ ਨੂੰ ਉਡੀਕ ਰਹੇ ਨੇ। ਸਰ ਸਾਰਾ ਕੁਝ ਪਹਿਲਾਂ ਇਹ ਇਕੱਲੇ ਆ ਕੇ ਸਾਡੇ ਕੋਲ ਰਾਉਂਡ ਅਪ ਤੁਸੀਂ ਨਾ ਕਹੋ ਇਹੋ ਜੀ ਗੱਲ ਪਲੀਜ਼ ਸਰ ਮੈਂ ਕਿਹਾ ਨਾ ਕਰੋ ਇਹੋ ਜੀ ਗੱਲ ਤੁਸੀਂ। ਸਹੀ ਗੱਲ ਕਰਾਂਗੇ ਕਿਹੜੀ ਹੈ ਸਾਰਾ ਕੁਝ ਹੈ ਕਿੱਥੇ ਆ ਫਿਰ? ਲਿਆਉਂਦੇ ਆ ਕੌਣ ਲਿਆਉਂਦਾ? ਤੁਸੀਂ ਕਿਉਂ ਨਹੀਂ ਲੈ ਕੇ ਆਏ? ਤੁਸੀਂ ਕਿਵੇਂ ਆਏ ਪਹਿਲਾਂ ਇੱਥੇ? ਆਜੋ ਨੇ ਆਸ਼ਮੀ ਜੀ ਹੋ ਗਏ ਬਣਾਓ ਲਾਈਨ ਆਇਓ। ਉਹ ਵੀ ਨਾਲ ਨੇ ਸਾਡੇ ਉਹ ਕਾਗਜ਼ ਦਿਖਾਓ, ਮੈਂ ਅੱਧਾ ਘੰਟਾ ਹੋ ਗਿਆ ਤੈਨੂੰ ਕਹਿ ਸਰ ਰਿਹਾ। ਆਉਂਦੇ ਪੇਪਰ ਆਉਂਦੇ ਆ ਕੋਈ ਪੇਪਰ ਬਣਾ ਰਹੇ ਹੋ ਹੁਣ? ਬਣੇ ਹੋਏ ਆ। ਫਿਰ ਕਿੱਥੇ ਆ ਗੱਡੀਆਂ 'ਚ ਹੈ ਨਹੀਂ? ਆ ਲੈਣ ਗਏ ਆ ਪਿੱਛੋਂ ਕਿਤੇ ਪਿੱਛੇ ਯਾਰ ਕਮਾਲ ਆ, ਕੋਈ ਰੱਦੀ ਆ ਵੀ ਲੱਭ ਰਹੇ ਹੋ ਜਾਮ ਚ ਫਸ ਗਏ ਸੀ ਕੋਈ ਨਹੀਂ ਆਉਂਦੇ ਆ ਪੇਪਰ ਆ ਜਾਂਦੇ ਆ ਕਿੱਥੇ ਤੁਸੀਂ ਮਾੜੇ ਬੰਦੇ ਉਹ ਹੋ ਯਾਰ। ਜ਼ਿੰਮੇਵਾਰ ਬੰਦੇ ਆ ਉਹ ਛੱਡੋ ਯਾਰ, ਤੁਸੀਂ ਕਹਿੰਦਾ ਕੋਈ ਕਹਿੰਦਾ ਮੈਂ ਵੋਟ ਪਾਉਣਾ ਤੁਹਾਨੂੰ, ਕੋਈ ਕਹਿੰਦਾ ਮੈਂ ਜ਼ਿੰਮੇਦਾਰ ਬੰਦਾ ਸਰ ਮੈਂ ਤੁਹਾਨੂੰ ਇਹ ਕਿਹਾ ਮੈਂ ਤੁਹਾਨੂੰ ਜਾਣਦਾ ਨਹੀਂ ਸਰ ਵੋਟ ਨਹੀਂ ਮੈਂ ਤੁਹਾਨੂੰ ਕਹੀ ਜਾਣਦੇ ਤੁਸੀਂ ਸਾਰੇ ਹੀ ਹੁੰਦੇ ਹੋ ਪਹਿਲਾਂ। ਨਹੀਂ ਮੈਂ ਜਦੋਂ ਸਰਕਾਰਾਂ ਬਦਲਦੀਆਂ ਤੁਸੀਂ ਭੁੱਲ ਜਾਂਦੇ ਹੋ। ਉਹ ਨਹੀਂ ਭੁੱਲਣ ਦੀ ਗੱਲ ਇਹ ਹੈ ਜੀ ਤੁਸੀਂ ਹੁਣ ਗੱਲ ਤੁਸੀਂ ਜਾਲੀ ਨਾ ਕਰਦੇ ਮੰਨ ਕੇ ਕਦੇ ਕੁਛ ਆ ਕੇ ਉਹ ਸਰ ਜਾਲੀ ਹੈ ਕਿ ਮੈਂ ਪਰਸਨਲ ਲਾਈਫ ਸਰ ਇਹਦੇ ਬਾਰੇ ਪਰਸਨਲ ਕਿਵੇਂ ਲਾਈਫ ਹੈ ਤੇਰੀ? ਡਿਊਟੀ ਤੇ ਆ ਤੂੰ ਜਦੋਂ। ਮੇਰੀ ਪਰਸਨਲ ਲਾਈਫ ਕਿਹੜੀ ਹੋ ਗਈ? ਸਰ ਪਰਸਨਲ ਲਾਈਫ ਨਹੀਂ ਯੂ ਆਰ ਔਨ ਜੌਬ ਤੂੰ ਡਿਊਟੀ ਤੇ ਆ। ਡਿਊਟੀ ਤੇ ਤੇਰੀ ਪਰਸਨਲ ਲਾਈਫ ਕਿਵੇਂ ਹੋ ਗਈ? ਸਾਰੀ ਪਰਸਨਲ ਲਾਈਫ ਤੇਰੀ ਇਹ ਇਸ ਵੇਲੇ ਇੱਕ ਜਾਂ ਤੂੰ ਡਿਊਟੀ ਤੇ ਜਾਂ ਪਰਸਨਲ ਤੇ ਇਹਦਾ ਦੱਸ। ਮੇਰੀ ਗੱਲ ਸੁਣੋ ਨਹੀਂ, ਮੈਂ ਨਹੀਂ। ਡਿਊਟੀ ਤੇ ਆਇਆ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਡਿਊਟੀ ਤੇ ਮੈਂ ਤੁਹਾਨੂੰ ਕੰਮ ਕਰ ਮੈਂ ਡਿਊਟੀ ਮੈਂ ਤੁਹਾਨੂੰ ਜਾਣਦਾ ਸਰ ਮੈਂ ਤਾਂ ਨਹੀਂ ਜਾਣਦਾ। ਮੇਰੇ ਡੀਐਸਪੀ ਖੜੇ ਨੇ ਮੈਨੂੰ ਆਈ ਕਾਰਡ ਦਿਖਾ ਦਿਓ। ਸਰ ਸਾਹਿਬ ਕਹਿੰਦੇ ਬਿਲਕੁਲ ਨਹੀਂ ਆਉਣਾ, ਇੱਥੇ ਲਿਆਓ। ਬਿਲਕੁਲ ਨਹੀਂ ਜਾਣਾ ਐਸਐਸਪੀ ਸਾਹਿਬ ਕੋਲ। ਕਿਵੇਂ ਲੈ ਜਾਓਗੇ ਚੱਕ ਕੇ ਧੱਕੇ ਨਾਲ ਤੁਸੀਂ? ਉਹ ਸਰ ਅਸੀਂ ਚੱਕਰ ਥੋੜਾ ਆਏ ਫਿਰ ਸਮਝ ਦਿਖਾਓ। ਰਿਸਪੈਕਟ ਨਾਲ ਗਏ ਅਭੀ ਸਰ ਆ ਕਿਉਂ ਆਈਏ? ਕਿਉਂ ਆਈਏ? ਤੁਹਾਡੇ ਨੌਕਰ ਆ ਅਸੀਂ। ਤੁਸੀਂ ਕਿਵੇਂ ਬੁਲਾ ਸਕਦੇ ਹੋ ਕਿਸੇ ਨੂੰ? ਆਮ ਆਦਮੀ ਨੂੰ ਤੁਸੀਂ ਭੇਜ ਕੇ ਲੈ ਜਾਂਦੇ ਹੋ। ਇਹ ਕੰਮ ਨਹੀਂ ਚੱਲਣ ਦੇਣਾ ਮੈਂ। ਸਾਡੇ ਵਰਕਰਾਂ ਨੂੰ ਕਦੇ ਚੱਕਦੇ ਹੋ, ਕਦੇ ਕਿਸੇ ਨੂੰ ਗੁੰਡਾ ਕਰਦੀ ਆ। ਹੁਣ ਕੱਲੇ ਨੂੰ ਦੇਖ ਕੇ ਵੇਚ ਚੱਕਣਾਗੇ।
ਹੁਣ ਤੁਸੀਂ ਕਹਿੰਦੇ ਆ ਜਾਓ ਜੀ ਉੱਥੇ। ਇਹ ਆਮ ਆਦਮੀ ਦੀ ਸਰਕਾਰ, ਇਹ ਆਮ ਆਦਮੀ ਦੀ ਸਰਕਾਰ ਆ ਗੁੰਡਾਗਰਦੀ ਕਰ ਰਹੇ ਹੋ ਤੁਸੀਂ। ਲਾਈਵ ਕਰੋ, ਲਾਈਵ ਆ ਗੁੰਡਾਗਰਦੀ ਹੋ ਰਹੀ ਆ। ਆਸ਼ਵੀ ਨੂੰ ਦਿਖਾਓ। 5 ਮਿੰਟ ਅਸੀਂ ਡੀਜੀ ਦੇ ਆਫਿਸ ਤੋਂ ਆਏ ਆ ਤੇ ਇੱਥੇ ਆ ਖੜੇ ਆ। ਹੁਣ ਇਹਨਾਂ ਕੋਲ ਕੋਈ ਕਾਗਜ਼ ਨਹੀਂ ਗੇ, ਇਹ ਚੋਰਾਂ ਨੂੰ ਖੜੇ ਨੇ। ਤੁਸੀਂ ਕੀ ਹੋ? ਤੁਸੀਂ ਕੌਣ ਹੋ? ਕਿਹੜੇ ਕੀ ਨਾਮ ਤੁਹਾਡੀ ਡੀਐਸਪੀ ਦਾ? ਮੇਰਾ ਨਾਮ ਕਿਹਨੇ ਭੇਜਿਆ ਤੁਹਾਨੂੰ? ਬਿਜ਼ਨਸ ਤੋਂ ਕੀ ਆਸ਼ਵੀ ਨੂੰ ਚੱਕਣ ਨੂੰ? ਚੱਕਣ ਨੂੰ ਕਰ ਉਹ ਉਹਨਾਂ ਨੂੰ ਸੁਨੇਹਾ ਦੇਣਾ ਹੈ ਵੀ ਆਓ ਇੱਥੇ ਫਿਰ ਜੋ ਜਾਓ। ਵੀ ਹੈਗੀ ਤਫਤੀਸ਼ ਫਿਰ ਸੁਨੇਹਾ ਦੇਣਾ, ਤੁਸੀਂ ਜਾਓ। ਤਫਤੀਸ਼ ਜੁਆਇਨ ਕਰਨ। ਉਹ ਕਹਿੰਦੇ ਚੱਲਦੇ ਆ। ਤੇ ਫਿਰ ਜਾਓ ਤੁਸੀਂ, ਅਸੀਂ ਆ ਜਾਵਾਂਗੇ। ਜਾਓ ਆਪਣਾ ਕੰਮ ਕਰੋ ਤੁਸੀਂ। ਤੁਸੀਂ ਬੁਲਾਉਣ ਘਰੇ ਕਹਿੰਦੇ ਇਹਨਾਂ ਦਾ ਮੰਨਣਾ ਇਹ ਹੈ ਅਸੀਂ ਦੁਨੀਆ ਕੋਲੋਂ ਆਏ ਆ। ਤੁਸੀਂ ਅਸੀਂ ਚੀਜ਼ ਆਏ ਕੋਠੀ ਤੇ ਕਹਿੰਦੇ ਤੁਸੀਂ ਇਸ ਦੁਕਾਨ 'ਚ ਹੁਣੋਂ ਤੁਹਾਨੂੰ ਘਰੋਂ ਨਿਕਲੇ ਆਪਣੇ ਵਾਲ ਕਢਾਉਣ ਤੇ ਤੁਸੀਂ ਹੁਣ ਇੱਥੇ ਕਹਿਣ ਆਏ ਹੋ? ਤੁਸੀਂ ਘਰੇ ਚਿੱਠੀ ਪੱਤਰ ਦਿੰਦੇ ਲਿਖ ਕੇ। ਇਹ ਟੈਲੀਫੋਨ ਜੀ ਕੀ ਕਰੀ ਜਾਂਦੇ? ਡਰਾਮਾ ਕੀ ਕਰ ਰਹੇ ਹੋ ਤੁਸੀਂ? ਬੜੇ ਮੈਂ ਤਾਂ ਹੈਰਾਨ ਹੋ ਗਿਆ। ਤੁਸੀਂ ਯਾਰ ਕੈਸੇ ਬੰਦੇ ਹੋ? ਐਡੇ ਬੜੇ ਬੰਦਿਆਂ ਨਾਲ ਤੁਸੀਂ ਐਂ ਕਰੋਗੇ? ਨਾਲੇ ਤੁਹਾਨੂੰ ਪਤਾ ਤੁਹਾਡੇ ਕੋਲ ਤਜਰਬਾ ਹੈ ਵੀ ਤੁਸੀਂ ਕੋਰਟਾਂ 'ਚ ਨਹੀਂ ਖੜ ਸਕਣਾ। ਹੈਲੋ, ਰੋਜ਼ ਤੁਹਾਡੇ ਕੋਰਟਾਂ 'ਚ ਤੁਸੀਂ ਫੇਲ ਹੁੰਦੇ ਹੋ ਇਹ ਕੰਮਾਂ 'ਚ। ਕਿਉਂ? ਕਿਉਂਕਿ ਇਹੀ ਜਾਲੀ ਕੰਮ ਕਰਦੇ ਹੋ ਤੁਸੀਂ ਇਹੀ ਸੱਦੋ ਬੰਦੇ ਨੂੰ, ਇਨਵੈਸਟੀਗੇਸ਼ਨ ਕਰੋ, ਫੜਨਾ ਫੜੋ ਉਹਨੂੰ ਉੱਥੇ ਬਿਠਾ ਕੇ। ਆਹ ਕੀ ਕੰਮ ਆ ਤੁਸੀਂ ਚੱਕਣ ਆ ਗਏ? ਅਸੀਂ ਕਦੇ ਰੋਕਿਆ? ਅਸੀਂ ਉੱਥੇ ਤੁਹਾਡੇ ਕੋਲ ਗਏ ਨਾ। ਤੁਸੀਂ ਸਾਨੂੰ ਉੱਥੋਂ ਕਹਿੰਦੇ ਵੀ ਐਸਐਸਪੀ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਹਾਨੂੰ ਐਸਐਸਪੀ ਤੁਹਾਨੂੰ ਪੁੱਛਗਿੱਛ ਕਰਨਗੇ। ਅਸੀਂ ਤੁਹਾਡੇ ਕੋਲ ਆ ਜਾਂਦੇ ਉੱਥੇ। ਸਰ ਗੱਲ ਹੈ ਜੀ, ਹੁਣ ਵੀ ਆ ਜਾਓ। ਕੀ ਗੱਲ ਹੈ ਯਾਰ ਹੁਣ ਤੁਸੀਂ ਆ ਡਰਾਮਾ ਨਹੀਂ, ਡਰਾਮਾ ਅਸੀਂ ਉੱਥੇ ਕੀ ਕਿਹਾ ਵੀ ਤੁਸੀਂ ਚੱਕੋਗੇ? ਸਾਡੀ ਆਦਤ ਪਈ ਹੋਈ ਆ। ਸਰ ਤੁਹਾਨੂੰ ਕੀ ਕਿਹਾ ਸੀ? ਰੱਬ ਨੂੰ ਜਾਣ ਦੇਣੀ ਹੈ, ਦੱਸੋ ਕੀ ਕਿਹਾ ਸੀ ਤੁਹਾਨੂੰ? ਇਹੀ ਕਿਹਾ ਸੀ। ਮੈਂ ਘਰੋਂ ਆਇਆ, ਤੂੰ ਮੇਰੇ ਘਰ ਦੇ ਬਾਹਰ ਜੇ ਨਿਕਲੇ ਨਹੀਂ ਕੰਪਿਊਟਰ ਤੇ ਕਿਉਂ ਨਹੀਂ ਨਿਕਲੇ ਤੁਸੀਂ? ਆ ਨਿਕਲੇ ਹੁਣ। ਅਸੀਂ ਹੁਣ ਰਿਕਾਰਡਿੰਗ ਕਰ ਦੇਣੀ ਹੈ ਤੁਹਾਡੇ ਉੱਥੇ ਰਿਕਾਰਡਿੰਗ ਕੱਢ ਦੇਣੀ ਹੈ। ਉਹ ਮੇਰੇ ਬੰਦੇ ਕੈਮਰੇ ਲੱਗੇ ਉਹੀ ਬੰਦੇ ਨੇ ਚੰਡੀਗੜ੍ਹ ਸੀ, ਉੱਥੇ ਦੇਖ ਕੇ ਫਿਰ ਤੁਹਾਨੂੰ ਕੀ ਕਹੇ? ਤੁਹਾਨੂੰ ਕਿਉਂ ਪਤਾ ਲੱਗਿਆ ਆਸ਼ੂਰੇ ਆਇਆ? ਨਹੀਂ ਤੁਹਾਨੂੰ ਕਿਉਂ ਲੱਗਿਆ ਆਸ਼ੂਰੇ ਆਇਆ? ਚਲੋ ਆ ਜਾਓ ਤੁਹਾਡੇ ਮਗਰ ਨਹੀਂ ਆਉਂਦਾ। ਅਸੀਂ ਅਸੀਂ ਆਪ ਆਵਾਂਗੇ। ਚਲੋ ਅੱਗੇ ਤੁਹਾਡੇ ਮਗਰ ਨਾ 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 ਚਲੋ ਤੁਸੀਂ ਭਾਈ ਆਪਣੀ ਮਰਜ਼ੀ ਨਾਲ ਆਵਾਂਗੇ। ਆ ਜਾਾਂਗੇ। ਤੁਸੀਂ ਸਿਆਣਾ ਦੇਤਾ ਅਸੀਂ ਇੱਧਰ ਆ ਯਾਰ। ਕਰਨ ਵਾਲੇ ਹੈ ਥੋੜੀ ਆਵਾਂਗੇ। ਚਲੋ ਨਹੀਂ ਆਓ ਪਲੀਜ਼ ਆਓ ਨਾਲ। ਨਾ 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 ਤੁਸੀਂ ਬ੍ਰਾਂਡ ਦਿਖਾ ਦਿਓ ਫਿਰ ਜੇ ਨਾਲ ਲਵਾਂ। ਆਪਣੀ ਮਰਜ਼ੀ ਨਾਲ ਆਵਾਂਗੇ। ਇਹ ਤਾਂ ਤੁਹਾਡੀ ਗੱਡੀ 'ਚ ਬਹਿ ਕੇ ਚੱਲਾਂਗੇ ਜੇ ਵਾਰੰਟ ਹੈਗੇ ਆ ਤੇ ਤੁਹਾਡੀ ਗੱਡੀ 'ਚ ਬਹਿ ਜਾਣੇ। ਉਹ ਛੱਡੋ ਯਾਰ, ਕਾਗਜ਼ ਦਿਖਾਓ। ਐਫਆਈਆਰ ਦਿਖਾ ਦਿੰਦੇ ਆ ਤੁਸੀਂ। ਚਲੋ ਚਲੋ ਓਏ ਆਓ ਨਾਲ ਲਾਓ ਤੁਸੀਂ। ਆਓ ਗੱਡੀ ਲਾਓ ਨਾਲ। ਆਓ ਅਸੀਂ ਡਰਦਾ ਨਹੀਂ ਯਾਰ। ਅਸੀਂ ਨਾ ਉੱਥੇ ਚੱਲਾਂਗੇ ਤੁਹਾਡੇ ਨਾਲ। ਓਏ ਆਓ ਨਾਲ ਚੱਲਦੇ ਆ। ਆਓ ਤੁਸੀਂ ਨਾਲ ਚੱਲੋ। ਉਹ ਤੁਹਾਡਾ ਕੰਮ ਹੈ ਡਿਊਟੀ 'ਚ ਬਹਿ ਕੇ ਸਾਡੀ ਚੰਗੀ ਗੱਲ ਕਰਨੀ ਮੇਰੇ ਨਾਲ। ਡਿਊਟੀ ਕੋਈ ਵੀ ਫਿਰ ਦਿਖਾਓ। ਇਹੀ ਤਾਂ ਕਹਿੰਦੇ ਵੀ ਤੁਸੀਂ ਨਜਾਇਜ਼ ਆਏ ਹੋ। ਮੈਂ ਡਿਊਟੀ 'ਚ ਬਹਿ ਪਾਉਂਦਾ ਹੀ ਨਹੀਂ। ਮੈਂ ਕਹਿੰਦਾ ਕਾਗਜ਼ ਦਿਖਾਓ ਤੁਸੀਂ। ਕਾਕਾ ਜੇ ਇਹ ਗੱਲ ਆ ਕਾਗਜ਼ ਦਿਖਾਓ। ਨਹੀਂ ਪਾਉਂਦਾ ਡਿਊਟੀ 'ਚ। ਜਦੋਂ ਦਿਖਾ ਦੋਗੇ ਮੈਂ ਕਹੂੰਗਾ ਲੈ ਜਾਓ। ਡਿਊਟੀ 'ਚ ਵੀ ਪਾਉਂਦੀ ਮੈਨੂੰ ਦੱਸਦੇ ਹੋ ਤੁਸੀਂ। ਤੁਸੀਂ ਚੋਰ ਹੋ, ਚੋਰ। ਤੇ ਚੋਰੀ ਨਾਲ ਚੱਕਣ ਆਏ ਹੋ ਤੁਸੀਂ। ਸੌਰੀ ਕਾਹਦੀ ਸੌਰੀ? ਕਾਗਜ਼ ਦਿਖਾਓ। ਤੁਸੀਂ ਚੋਰ ਹੋ। ਆਪਣੀ ਕਿਉਂ ਕਿਵੇਂ ਰੋਕ ਦੋਗੇ? ਆ ਬਣਾ ਧੱਕੇ ਨਾਲ ਰੋਕ ਰਹੇ ਆ। ਦੇਖੋ ਕੋਈ ਕਾਗਜ਼ ਨਹੀਂ, ਕੋਈ ਕਾਗਜ਼ ਨਹੀਂ, ਧੱਕੇ ਨਾਲ ਰੋਕ ਰਹੇ ਆ। ਫਿਰ ਅਸੀਂ ਹੱਥੋਂ ਪਾਈ ਕਰਾਂਗੇ। ਤੁਹਾਡੇ ਨਾਲ ਨਹੀਂ ਜਾਂਦੇ ਭਾਈ, ਆਪਣੀ ਮਰਜ਼ੀ ਨਾਲ ਜਾਵਾਂਗੇ। ਅਸੀਂ ਮਰਜ਼ੀ ਨਾਲ ਜਾਵਾਂਗੇ। ਕਾਕਾ ਸਾਡੇ ਸਾਹਿਬ ਨੂੰ ਮੈਂ ਦੱਸਦਾ ਇੱਕ ਮਿੰਟ ਉਧਰ ਹੋ ਕੇ ਦੱਸੋ। ਹਾਂ ਨਾ ਰੋਕੋ। ਰੋਕਿਆ ਕਾਗਜ਼ ਦਿਖਾਓ। ਕਾਗਜ਼ ਦਿਖਾਓ। ਕਾਗਜ਼ ਨੂੰ ਉੱਥੇ ਜਾ ਕੇ ਦਿਖਾਵਾਂਗੇ। ਸੜਕ ਤੇ ਰੋਡ ਨਹੀਂ ਐ ਕਿਵੇਂ ਚੱਕ ਕੇ ਲੈ ਜਾਓਗੇ? ਕਿਵੇਂ ਚੱਕ ਕੇ ਲੈ ਜਾਓਗੇ ਤੁਸੀਂ? ਬਿਨਾਂ ਬ੍ਰਾਂਡਾਂ ਨੂੰ ਕਿਵੇਂ ਚੱਕ ਕੇ ਲੈ ਜਾਓਗੇ? ਕਾਕਾ ਤੁਸੀਂ ਕਾਗਜ਼ ਦਿਖਾਓ। ਦੇ ਆਓ ਤੁਸੀਂ ਬਾਹਰੋਂ ਦੇਖੋ। ਇੱਕ ਮਿੰਟ ਕੀ ਗੱਲ ਕੀ ਉਹਦੀ? ਇਹਨਾਂ ਦਾ ਵਸੀਲਾ ਚੋਰੀ। ਤੁਹਾਨੂੰ ਆਦਤ ਹੀ ਪਈ ਆ ਵੀ ਹਰੇਕ ਨੂੰ ਅਸੀਂ ਚੱਕ ਲਈਏ ਜਦ ਮਰਜ਼ੀ। ਇਹ ਕੰਮ ਨਹੀਂ ਚੱਲਣਾ। ਬਿਲਕੁਲ ਕੋਈ ਵਾਰੰਟ ਨਹੀਂ। ਹੁਣ ਜਾਲੀ ਪਹਿਲਾਂ ਚੱਕ ਕੇ ਕਰਨਾ ਚਾਹੁੰਦੇ ਇੰਟਰੋਗੇਸ਼ਨ। ਹੁਣ ਕਾਗਜ਼ ਜਿਹੜੇ ਮੰਗਾਉਣਗੇ ਉੱਥੋਂ ਕਿਤੋਂ। ਪਹਿਲਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਭਰ ਕਰਨਾ ਚਾਹੁੰਦੇ ਸੀ ਵੀ ਅਸੀਂ ਕਰ ਲਈਏ। ਸਾਰਿਆਂ ਨੂੰ ਟੈਲੀਫੋਨ ਕਰਵੇ। ਹੈਲੋ ਭੱਜਿਆ ਕਾਲੀ ਕਾਲੀ ਦੱਸੋ। ਅਸੀਂ ਤੁਹਾਡੇ ਦਫ਼ਤਰ ਗਏ ਆ। ਅਸੀਂ ਚੋਰ ਆ ਭੱਜੇ ਫਿਰਦੇ ਆ। ਸਰ ਨੇ ਨਹੀਂ ਆਉਣਾ। ਦਫ਼ਤਰ ਨੂੰ ਆ ਕੇ ਬਣਾ ਭੱਜ ਗਿਆ। ਨਹੀਂ ਨਹੀਂ ਭਾਈ ਹੋਰ ਕੀ ਆ? ਲੈ ਕੇ ਨਾਲ ਆ ਕੇ ਤੁਸੀਂ ਇੱਥੇ ਨਾਲ ਕਿਉਂ ਜਾਈਏ? ਹਾਂ ਚਲੋ ਅਸੀਂ ਤਾਂ ਕਹਿੰਦੇ ਚਲੋ। ਅਸੀਂ ਕਦ ਰੋਕਦੇ ਵੀ ਚਲੋ। ਪਤਾ ਇਹਨਾਂ ਤੋਂ ਅਸੀਂ ਆਪਣੀ ਗੱਡੀ 'ਚ ਜਾਵਾਂਗੇ। ਆਪਣੀ ਗੱਡੀ। ਨੋ ਨੋ ਤੁਸੀਂ ਸਾਡੀ ਗੱਡੀ 'ਚ ਬੈਠੋ। ਆਪਾਂ ਚਲੋ ਇਹਨਾਂ ਦੇ ਕੋਲ ਤੁਸੀਂ ਸਾਡੀ ਹਾਂ ਚਲੋ ਤੁਸੀਂ ਸਾਡੀ ਗੱਡੀ 'ਚ ਬੈਠੋ। ਚਲੋ
ਯਾਰ ਤੂੰ ਰੁਕਦਾ ਕਿਵੇਂ ਮੈਨੂੰ ਹੱਥ ਕਿਵੇਂ ਕਰ ਰਿਹਾ ਮੈਨੂੰ ਚਲੋ ਜਦ ਤੱਕ ਸਾਡੀ ਗੱਡੀ ਚਲੋਗੇ ਇਹਨੂੰ ਚੱਕ ਲਓ ਯਾਰ। ਓ ਯਾਰ ਹੁਣ ਤੁਸੀਂ ਚੱਲਦੇ ਵੀ ਨਹੀਂ ਚਲੋ ਚਲੋ ਇਹ ਮੇਰੇ ਨਾਲ ਜਾਣਗੇ ਤੁਹਾਡੀ ਤੁਸੀਂ ਨਾਲ ਬੈਠੋ ਆਜੋ ਮੇਰੇ ਨਾਲ ਦੇਖੋ ਜੀ ਪਿਛੇੜੋ ਸਾਰੇ ਰਾਹ ਛੱਡੋ ਵੀ ਪਿਛੇੜੋ। ਅਸੀਂ ਭੱਜਣੇ ਆ ਯਾਰ ਤੁਸੀਂ ਕੈਸੀ ਗੱਲ ਕਰਦੇ ਹੋ ਆਜੋ ਮੇਰੇ ਵਾਲੀ ਗੱਡੀ ਲਾਓ ਮੂਰੇ ਆ ਖੜੀ ਹੈ ਜੀ। देखो भाई, खुद ही बताइए कि ये सारा क्या मामला हुआ, कैसे उठाया गया, क्या सारा? देखो जो सिसोदिया जी के कपड़े उतरे हैं दिल्ली में, सीबीआई और ईडी ने उतारे हैं, वो दोबारा जो कपड़े फटे हुए हैं, कपड़े गंदे हुए हैं, उस कपड़ों को ड्राई क्लीन की कोशिश की है। क्योंकि हिमाचल इलेक्शन में जो सीबीआई और ईडी ने जो स्कैंडल, बड़े से बड़े लिकर स्कैंडल यहाँ आ रहे हैं, तो वही हमने भी शिकायत की थी। हमारी प्रेस कॉन्फ्रेंस हुई थी और गवर्नर साहब से टाइम मांगा था भी यहाँ भी वही सेम ठेकेदार जो भगवंत मान जी के साथ मिलके, जो वहाँ केजरीवाल साहब के साथ मिलके जिन्होंने हजारों करोड़ का गबन किया है, वो भी जब कोविड था वही ठेकेदार यहाँ शराब के ठेके उनको दिए गए हैं। उसके बारे में जब मुद्दा उठाया था तो उसका कहीं ना कहीं बदला लेने के लिए, बदला इन द सेंस, क्योंकि बीजेपी को तो हाथ लगा नहीं सकते। बीजेपी तो भाई ये जब ईडी और सीबीआई आती है तो ये डर लगता है। तो यहाँ कांग्रेस पे विजिलेंस यूज़ की है भी हिमाचल में हम अपनी छवि अच्छी कर सकें, क्योंकि संगरूर इलेक्शन के हारने के बाद खास तौर पे मजीठिया जी जो सबसे बड़े ड्रग ट्रेल में थे वो छूट गए इनसे, उसको जेल में नहीं रख सके, कोर्ट में ये कोई बात प्रूव नहीं कर सके। और इंडस्ट्री से आते हैं भगवंत मान, और उस इंडस्ट्री का सबसे बड़ा हीरा जो है सिद्धू मूसेवाला, वो गोलियों से भून दिया गया। तो इसलिए बड़े बैकफुट के यहाँ पे बीजेपी आम आदमी सरकार थी। तो वो कहीं ना कहीं कोशिश है। हम तो खुद अपने सारी लीडरशिप, हमें पता था भी ये मुकदमा 18 तारीख को दर्ज हो चुका है, और ये पर क्या चाह रहे थे भी आशु जी को कहीं अकेले पकड़ के उनको बाद में इंटेरोगेशन करके जो आदतें रही हैं भाई कुछ भी उनको मनवाएंगे। लेकिन हमारा इसमें ये था भी हम उनको पेश करेंगे। आप बताइए, आज भी हम चंडीगढ़ से मैं और आशु जी इकट्ठे आए हैं और सारी 20 गाड़ियाँ 30 गाड़ियाँ और लुधियाना से थी। तो जब हमने उनको घर उतारा है और मैं अपने घर आ गया हूँ, उसी बीच में 2-3-4 मिनट में ये उनको उठाने आ गए हैं। तो मौके पे मैं वहाँ पे पहुँच गया। हमें ये नहीं समझ आ रही थी, क्योंकि ना तो कोई वर्दी में था, ना कोई मेरी बहस वहाँ पे हो रही है। भाई आप आई कार्ड तो दिखा दो, अगर आप पुलिस वाले हो तो हम आपके साथ चलेंगे, इनको लेके जाएंगे, आप बता तो दो आपके पास कोई सम्मन है। चलो वो भी नहीं है, पुलिस उठा सकती है, पर पुलिस कोई आई कार्ड तो दिखा दो किसी का, क्योंकि आप कोई वर्दी में नहीं हो, आप कोई पुलिस वाले लग नहीं रहे हो, आप कौन हो। तो इसलिए यहाँ गुंडा राज हुआ है। इस तरीके से किसी एक्स मिनिस्टर को और किसी को भी उठा लिया जाएगा तो कोई बताएगा भी नहीं कौन उठाने लेके आ रहा है। गाड़ियाँ थी वो अपनी कोई पता नहीं और लेके आए थे, तो खुद वर्दी में नहीं थे, किसी के पास कोई आई कार्ड दिखाने के लिए नहीं था, कोई कागज नहीं था। तो फिर वो फ़ोन कर रहे थे पीछे से भी वहाँ से फाइल हम भूल आए, फाइल लेके आओ। हमने कहा भी ज़रूरत नहीं फाइल की, चलना है तो मैं लेके चलता हूँ, क्योंकि हम डीजीपी के पास विजिलेंस के गए हैं, तो हमें एसएसपी साहब के जाने की क्या प्रॉब्लम है। तो आशु जी अब सीधा हमने एसएसपी साहब के सामने ऑफिस में उनको जो उनके ऊपर, क्योंकि कॉपी उन्होंने दे दी, बेठाना को पर्चा दर्ज किया है और उनको सरेंडर कर दिया। वो अब इनके सामने है, अब जो कानून करेगा वो देखेंगे। बाकी आपकी मीडिया है, मीडिया देखो, वो पीसीसी प्रेसिडेंट हमारे, क्योंकि ये वर्किंग प्रेसिडेंट पंजाब के हैं, पंजाब कांग्रेस की, तो जो प्रोग्राम पहले मैंने कहा था, लेकिन अब जो पीसीसी प्रोग्राम बनाएगी, सारे पंजाब का प्रोग्राम बनाएगी राजा वड़िंग साहब और सीनियर लीडर, वो आगे प्रोग्राम चलेगा। उसकी वेट कर रहे हैं भी उनका क्या इसमें आगे संदेश आएगा, मैसेज आएगा। लेकिन आप ऊपर भी ये छोड़ते हैं, मीडिया भी ये ध्यान रखे। कोई आज देखो 117 के 17 जो हमारे जो एमएलए और जो हमारे कंटेस्टेड कैंडिडेट थे, वो 117 के 17 और 4 एमपी वहाँ पे पहुँचे भी। आप इनको हमने पेश किया है और वहाँ पे बैरिकेड लगा के उन्होंने कहा हमें ज़रूरत नहीं है।
उसके बाद हम यहाँ आ गए हैं पूछ के भाई बता दो, अगर हम चंडीगढ़ नहीं तो हम लुधियाना एसएसपी के पेश कर देते हैं। लेकिन उनकी मंशा ये थी भाई मीडिया से भी चोरी, सबसे चोरी इनको उठा के बड़े से बड़ा जो वो चाहते हैं केस इनके ऊपर डालें और जिससे एक सेंसेशन क्रिएट हो सके। एक मीडिया में भी आशु को उठा लिया और इतने चीज़ों की हमने रिकवरी कर ली, इतना कुछ इनके ऊपर डाल दिया, वो चीज़ से हम सचेत थे भी ये चीज़ कर सकते हैं। तो नहीं, भगवंत मान तो कहते हैं हम किसी का धक्का नहीं करेंगे। आपके सामने ही है, आपके सामने है। ਲੋਕ ਕਹਿੰਦੇ ਭਗਵੰਤ ਮਾਨ ਜੀ ਤੁਹਾਡੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ, ਮੰਨਦੇ ਹੈਗੇ ਆ, ਪਰ ਫਿਰ ਵੀ ਇਦਾਂ ਦੀ ਗੱਲ ਹੋਈ ਨਹੀਂ। ਭਗਵੰਤ ਮਾਨ ਇੱਕ ਕੁਲੀਗ ਹੋਣ ਨਾਤੇ ਉਹ ਸਾਰੇ ਹੀ ਹੁੰਦੇ ਆ, ਤੁਸੀਂ ਮੀਡੀਆ 'ਚ ਇੱਕ ਦੂਜੇ ਦੇ ਕੁਲੀਗ ਹੋ, ਜਿਵੇਂ ਇਕੱਠੇ ਖੜੇ ਹੋ, ਅਸੀਂ ਵੀ ਮੈਂਬਰ ਪਾਰਲੀਮੈਂਟ ਆ, ਕੁਲੀਗ ਆ। ਤੇ ਇਸ ਕਰਕੇ ਪਰ ਜਿਹੜਾ ਜਦੋਂ ਬੰਦਾ ਸੱਤਾ 'ਚ ਆ ਜੇ, ਜਦੋਂ ਬੰਦਾ ਤਾਕਤ 'ਚ ਆ ਜੇ, ਉਸ ਵੇਲੇ ਕੋਈ ਦੋਸਤੀ ਨਹੀਂ ਹੁੰਦੀ, ਕੋਈ ਯਾਰੀ ਨਹੀਂ ਹੁੰਦੀ, ਉਸ ਵੇਲੇ ਸਿਰਫ ਹੰਕਾਰ ਹੁੰਦਾ ਹੈ, ਸੱਤਾ ਦਾ ਹੰਕਾਰ। ਤੇ ਇਹ ਬਹੁਤ ਦੂਜੀ ਗੱਲ, ਪੰਜਾਬ ਦੇ ਚੀਫ ਮਿਨਿਸਟਰ ਦੇ ਹੱਥ ਕੁਛ ਨਹੀਂਗਾ। ਪਹਿਲੀ ਗੱਲ, ਭਗਵੰਤ ਮਾਨ ਦੇ ਜੋ ਦਿੱਲੀੋਂ ਡਾਇਰੈਕਸ਼ਨ ਆਉਂਦੀ ਆ, ਜੋ ਕੇਜਰੀਵਾਲ ਡਾਇਰੈਕਸ਼ਨ ਕਰਦੇ ਆ, ਇਹ ਤਾਂ ਇੱਕ ਕਠਪੁਤਲੀ ਆ ਤੇ ਉਹਨਾਂ ਦੇ ਨਾਲ ਪੰਜਾਬੀਆਂ ਨਾਲ ਧੱਕਾ ਕਰ ਰਹੇ ਆ। ਇਹ ਮੰਤਰੀ ਉਹ ਮੰਤਰੀ ਆ ਜਿਹਨੇ ਕੋਵਿਡ ਦੌਰਾਨ ਆਸ਼ੂ ਜੀ ਨੇ ਕੱਲੇ ਘਰ ਰਾਸ਼ਨ ਪਹੁੰਚਾਇਆ। ਤੁਸੀਂ ਅੰਦਾਜ਼ਾ ਲਾਓ ਉਸ ਲੋਕਡਾਊਨ 'ਚ ਕੀ ਹਾਲ ਸੀ, ਜਦੋਂ ਬਾਹਰ ਨਹੀਂ ਨਿਕਲਦੇ ਸੀ, ਇਹ ਕੱਲਾ ਇੱਕ ਗੱਡੀ ਮੰਤਰੀ ਲੈ ਕੇ ਜਾਂਦਾ ਸੀ। ਅੱਜ ਕਿਸਾਨ ਆ ਕੇ ਖੜੇ ਹੋਣ ਜਿਨ੍ਹਾਂ ਦੇ 1 ਸਾਲ ਜਦੋਂ ਧਰਨਾ ਚੱਲ ਰਿਹਾ ਸੀ, ਇਹ ਵੀ ਇੱਕ ਲਾਈਫ ਟਾਈਮ ਗੱਲ ਸੀਗੀ। ਮਹਾਮਾਰੀ ਤਾਂ 100 ਸਾਲ ਬਾਅਦ ਇਹੋ ਜਿਹੀ ਆਈ ਆ, ਪਰ ਧਰਨੇ ਵੇਲੇ ਵੀ ਕਿਸਾਨਾਂ ਨੂੰ, ਚਾਹੇ ਉਹਨਾਂ ਦੀ ਕਣਕ ਦੀ ਫਸਲ ਸੀ, ਚਾਹੇ ਉਹਨਾਂ ਦੀ ਝੋਨੇ ਦੀ, ਇੱਕ ਕਿਸਾਨ ਨੂੰ ਤਕਲੀਫ ਨਹੀਂ ਆਉਣ ਦਿੱਤੀ। ਔਰ ਤੁਸੀਂ ਆਪ ਔਨ ਰਿਕਾਰਡ ਆ, ਇੱਕ ਵੀ ਮੰਡੀ 'ਚ ਕੋਵਿਡ ਦਾ ਕੇਸ ਨਹੀਂ ਹੋਇਆ। ਕੋਵਿਡ ਦੌਰਾਨ ਮੰਡੀ 'ਚ ਲੱਖਾਂ ਉੱਥੇ ਸੈਨੀਟਾਈਜ਼ਰ ਲੀਟਰ ਪਹੁੰਚਾਇਆ, ਮਾਸਕ ਉੱਥੇ ਪਹੁੰਚਾਏ, ਪਰ ਇੱਕ ਵੀ ਕਿਸਾਨ ਤੇ ਲੇਬਰ ਵਾਲੇ ਨੂੰ कोविड नहीं होने देता। ये सिला भगवंत मान दी सरकार केजरीवाल दे रही है। सानू कादी घबराहट आ, नहीं सानू कादी घबराहट आ। असी तां कहने आ लो, ये कोई सुनिया कदे? लोग जाके कोटां च भजदे आ, पहलां असी कहने आ लो आशू जी ने आ फड़ो, साडे कोल बैठे आ। घबराहट सानू असीं तां आप लैके आए हैं, हुण भी आप दी गड्डी च लैके आए भी आ लो। ਅਸੀਂ ਉਹ ਡਰਨ ਵਾਲਿਆਂ ਚੋਂ ਨਹੀਂ ਗਏ। ਅਗਲੀ ਰਣਨੀਤੀ ਜੋ ਪੀਸੀਸੀ ਕਹੇਗੀ, ਪ੍ਰਦੇਸ਼ ਕਾਂਗਰਸ, ਤੇ ਦੂਜਾ ਸਾਨੂੰ ਕੋਰਟ ਤੇ ਵਿਸ਼ਵਾਸ ਆ। ਅਗਲੀ ਤਾਂ ਹਰ ਬੰਦੇ ਕੋਲ ਰੈਮਡੀ ਆ। ਸਾਡੇ ਕੋਲ ਪਹਿਲਾਂ ਲੋਅਰ ਕੋਰਟ ਜਾਵਾਂਗੇ, ਫਿਰ ਹਾਈ ਕੋਰਟ ਦੇ ਸਾਡੇਗਾ। ਉਹ ਸਾਡੀ ਲੀਗਲ ਟੀਮ ਆ ਜਿਹੜੀ, ਉਹ ਤਿਆਰ ਆ। आप ये कह रहे हैं कि आम आदमी पार्टी सत्ता का दुरुपयोग कर रही है? 100% ਨਹੀਂ, ਉਹੀ ਜਿਹੜਾ ਤੁਹਾਡੇ ਚਲਾ ਰਹੇ ਸੀ ਕੋਈ ਸਕੂਟਰ ਟੈਂਪੂ ਦੇ ਨੰਬਰ। ਇੱਕ ਮੈਨੂੰ ਹੈਰਾਨਗੀ ਦੀ ਗੱਲ ਆ, 70,000 ਕਰੋੜ ਦਾ ਕਣਕ ਝੋਨਾ ਵਿਕਦਾ ਏ ਇੱਕ ਸਾਲ ਦਾ, 70,000 ਕਰੋੜ ਦਾ ਪੰਜਾਬ 'ਚ। ਤੇ ਇਹਨਾਂ ਨੂੰ ਮੰਤਰੀ ਨੂੰ ਫੜਿਆ ਜਾਂਦਾ ਕਿਸੇ ਪਾਲਿਸੀ 'ਚ ਵੀ ਆਹ ਗਲਤ ਕੀਤੀ, ਆ ਐਕਸਚੇਕਰ ਦਾ ਇੰਨੇ ਲੱਖਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਪੰਜਾਬ ਨੂੰ। ਇਹ ਕੀ ਆਸ਼ੂ 'ਚ ਤੇ ਪਾ ਰਹੇ ਆ? ਇੱਕ ਠੇਕੇਦਾਰ ਦੇ ਟਰੱਕ 4 ਉਹਨਾਂ ਦੇ ਜਾਲੀ ਨੰਬਰ ਨੇ। ਉਹ ਆਸ਼ੂ ਡੀਟੀਓ ਲੱਗਿਆ ਜਾਂ ਆਸ਼ੂ ਆਰਟੀਓ ਲੱਗਿਆ, ਜਿਹਨੇ ਟਰੱਕਾਂ ਦੇ ਨੰਬਰ ਦੇਖਣੇ ਆ। ਉਹ ਲੱਖਾਂ ਮੰਡੀਆਂ 'ਚ ਲੱਖਾਂ ਟਰੱਕ ਚੱਲਦੇ ਆ। ਉਹ ਆਸ਼ੂ ਦਾ ਕੰਮ ਆ, ਮਿਨਿਸਟਰ ਦਾ ਕੰਮ ਆ। ਉਹ ਠੇਕੇਦਾਰ ਨੂੰ ਪੁੱਛੋ ਜਿਹਦੇ ਟਰੱਕ ਸੀ, ਜਾਂ ਜਿਹੜੇ ਅਫਸਰ ਸੀ ਉੱਥੇ ਮੰਡੀ ਬੋਰਡ ਜਿਹੜਾ ਉਹ ਅੰਦਰ, ਜਿਹੜੀ ਅੰਦਰ ਆਉਂਦੇ ਆ ਬਾਹਰ ਜਾਂਦੇ ਆ ਟਰੱਕ, ਉਹਨਾਂ ਦਾ ਕੰਮ ਆ। ਇਹ ਮੰਤਰੀ ਦਾ ਕੰਮ ਆ ਵੀ ਟਰੱਕ ਜਿਹੜੇ 17 ਜੇ ਇੱਕ ਮੰਡੀ 'ਚ ਗਲਤ ਆ ਗਏ। ਤੇ ਦੂਜੀ ਗੱਲ, ਟੈਂਡਰ ਕਿਸ ਚੀਜ਼ ਦਾ ਹੁੰਦਾ? ਵੇਟ ਦਾ ਤੇ ਕਿਲੋਮੀਟਰ ਦਾ। ਤੁਸੀਂ ਟਰਾਲੀ 'ਚ ਲੈ ਕੇ ਜਾਂਦੇ ਹੋ, ਟਰੱਕ 'ਚ ਲੈ ਕੇ ਜਾਂਦੇ ਹੋ, ਉਹ ਕੁਛ ਉਹਦਾ ਨਹੀਂ, ਸਰਕਾਰ ਨੇ ਪੈਸੇ ਦੇਣੇ ਹੁੰਦੇ ਆ ਵੇਟ ਦੇ ਤੇ ਕਿਲੋਮੀਟਰ ਦੇ। ਉਹ 'ਚ ਕੋਈ ਕਮੀ ਆ ਸਾਨੂੰ ਦੱਸੋ। ਇਸ ਕਰਕੇ ਇਹ ਜਵਾਕਾਂ ਵਾਲੀ ਗੱਲ ਵੀ ਆ, ਸਕੂਟਰ ਦਾ ਨੰਬਰ ਆ ਗਿਆ ਜੀ, ਇਹ ਟੈਂਪੂ ਦਾ ਨੰਬਰ ਆ ਗਿਆ ਜੀ। ਇਸ ਕਰਕੇ ਇਹ ਆਸ਼ੂ ਦਾ ਕੰਮ ਆ। ਕਾਹਦੀ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਗੱਲ ਦੀ? ਕਿਉਂ ਮੰਤਰੀ ਲੱਖਾਂ ਟਰੱਕਾਂ ਦੇ ਨੰਬਰ ਚੈੱਕ ਕਰਨ ਨੂੰ ਰੱਖਿਆ ਜਾਂ ਪਾਲਿਸੀ ਬਣਾਉਣ ਨੂੰ? ਮੰਤਰੀ ਦਾ ਕੰਮ ਕੈਬਨਿਟ 'ਚ ਪਾਲਿਸੀ ਬਣਾਉਣਾ ਹੁੰਦਾ ਏ। ਜ਼ਿੰਮੇਵਾਰ ਲੱਭਣ ਕੌਣ ਆ ਥੱਲੇ? ਕੋਈ ਠੇਕੇਦਾਰ ਲੱਭਣ ਜਿਹਦੀ ਕਸੂਰ ਆ, ਥੱਲੇ ਕੋਈ ਅਫਸਰ ਜਿਹੜਾ ਕਸੂਰ ਆ ਮੰਡੀ ਦਾ ਉਹਦਾ ਦੇਖਣ। ਠੇਕੇਦਾਰ ਵੀ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ ਆਸ਼ੂ ਜੀ ਦੇ ਖਿਲਾਫ ਵੀ। ਉਹਨਾਂ ਦੇ ਜੇਬ 'ਚ ਜੇ ਦੇਖੋਗੇ, ਸਾਰਿਆਂ ਦੇ ਜੇਬਾਂ 'ਚ ਆਮ ਆਦਮੀ ਪਾਰਟੀ ਦੇ ਆਈ ਕਾਰਡ ਲੱਭਣਗੇ, ਤੁਹਾਨੂੰ ਕੋਈ ਠੇਕੇਦਾਰ ਨਹੀਂਗਾ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਵੱਡੇ ਕਾਂਗਰਸੀ ਆਗੂ ਵਿਜੀਲੈਂਸ ਦੇ ਦਫ਼ਤਰ ਬਾਹਰ ਇਕੱਠੇ ਹੋ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸੀਆਂ ਵੱਲੋਂ ਇਸ ਗ੍ਰਿਫਤਾਰੀ ਤੋਂ ਬਾਅਦ ਕੀ ਕੀਤਾ ਜਾਂਦਾ ਹੈ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ।
ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।